ਜਦੋਂ ਫਾਰਮਰ ਕੋਲ ਤੁਹਾਡੇ ਸਾਹਮਣੇ 50% ਫਾਰਮਰ ਨੂੰ ਡਿਸਟਰਬ ਕਰ ਦਿੱਤਾ ਸੈਲਾਬ ਨੇ, ਬਾਕੀ ਰਹੀ ਖਈ ਕਸਰ ਜਿਹੜੀ ਹੈ ਪਿਛਲੀ 2 ਰਾਤਾਂ ਤੋਂ ਜਿਹੜੀ ਜ਼ਾਲਾ ਬਾਰੀ ਹਵਾ ਜੱਖੜ ਚੱਲਿਆ ਉਹਦੇ ਨਾਲ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਖੇਤ ਬਚੇ ਹੋਏ ਹਨ ਮੱਕੀ ਦੇ ਹਨ ਜਾਂ ਗੰਨੇ ਦੇ ਹਨ ਉਹ ਸਾਰੇ ਲੰਮ ਲੇਟ ਹੋ ਗਏ। ਇਸ ਟਾਈਮ ਭਾਈ ਗੰਨੇ ਦਾ ਨੁਕਸਾਨ ਕਮ ਅਜ਼ ਕਮ ਮੇਰੀ ਸਮਝ ਨਾਲ 250 ਤੋਂ 300 ਮਣ ਤੁਹਾਡਾ ਗੰਨਾ ਜਿਹੜਾ ਹੈ ਨਾ ਜਿਸ ਹਾਲਤ ਨਾਲ ਗੰਨਾ ਡਿੱਗਿਆ ਪਿਆ ਹੈ ਇਹ ਤੁਹਾਡੇ ਪਲਾਟਾਂ ਚੋਂ ਨਿਕਲ ਗਿਆ। ਅਗਰ ਕੋਈ 1000 ਮਣ ਦੀ ਐਵਰੇਜ ਲੈ ਕੇ ਬੈਠਾ ਤੇ ਉਹ 200 ਮਣ 250 ਮਣ ਵਿੱਚੋਂ ਕੱਟ ਆਫ ਕਰ ਦੇਵੇ। ਕੋਈ ਵੀ ਚੀਜ਼ ਹੈ ਉਹ ਸਟੈਂਡ ਖੜੀ ਰਵੇ ਤੇ ਉਹ ਉੱਥੋਂ ਹੀ ਵਜ਼ਨ ਨਿਕਲਦਾ ਤੇ ਜਦੋਂ ਗਿਰ ਜਾਂਦੀ ਜ਼ਹਿਰੀ ਬਾਤ ਹੁੰਦੀ ਹੈ ਜੜਾਂ ਰੂਟਸ ਡਿਸਕਨੈਕਟ ਹੋ ਜਾਂਦੇ ਨੇ ਜਿੰਦੀ ਵਜ੍ਹਾ ਨਾਲ ਉਹ ਖੁਰਾਕ ਉਤਨੀ ਪ੍ਰੋਵਾਈਡ ਨਹੀਂ ਕਰਦਾ ਔਰ ਉਹਦੇ ਨਾਲ ਦੂਸਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਗੰਨਾ ਥੱਲੂ ਫੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਹ ਰੂਟਸ ਜਿਹੜੀਆਂ ਉਸ ਗੰਨੇ ਪੁਰਾਣੇ ਦੀ ਬਜਾਏ ਨਵਾਂ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਜ਼ਿਆਦਾ ਖੁਰਾਕ ਜਿਹੜੀ ਫਸਲ ਤੇ ਆਪਾਂ ਖੜੇ ਆਂ ਇਹਦੇ ਤੇ ਆਪਾਂ ਕਿਤਨਾ ਕੰਮ ਕੀਤਾ ਹੈ। ਫਕਤ ਮੇਰੀ ਸਮਝ ਨਾਲ ਅਸੀਂ 5% ਕੰਮ ਕੀਤਾ ਹੈ, ਬਾਕੀ ਸਾਰਾ ਕਿਰਦਾਰ ਰੱਬ ਸੋਹਣੇ ਦੀ ਜ਼ਾਤ ਦਾ ਹੈ। ਬਿਲਕੁਲ ਬਿਲਕੁਲ। ਸੋ ਅਸੀਂ ਜ਼ਕਾਤ ਨਹੀਂ ਦਿੰਦੇ, ਅਸੀਂ ਉਸ਼ਰ ਨਹੀਂ ਦਿੰਦੇ, ਨਮਾਜ਼ ਨਹੀਂ ਪੜ੍ਹਦੇ, ਵਕਤੀ ਅੱਲਾ ਨੂੰ ਯਾਦ ਕਰਨੇ ਆ ਜਦੋਂ ਅਸੀਂ ਕਿਸੇ ਮਾਮਲੇ 'ਚ ਫਸ ਜਾਂਦੇ ਆ ਤੇ ਹਲਕੀਆਂ ਹਲਕੀਆਂ ਅੱਲਾ ਨੂੰ ਤੁਹਾਨੂੰ ਟੈਸਟਰ ਲੱਗਦਾ ਹੈ ਕਿ ਇਨਸਾਨ ਸਿੱਧਾ ਹੋ ਜਾਏ, ਇਨਸਾਨ ਸਿੱਧਾ ਹੋ ਜਾਏ, ਸਾਨੂੰ ਸਿੱਧਾ ਹੋਣਾ ਚਾਹੀਦਾ, ਅੱਲਾਹ ਤਾਲਾ ਕੋਲ ਮਾਫੀਆਂ ਮੰਗਣੀਆਂ ਚਾਹੀਦੀਆਂ। ਇਸ ਟਾਈਮ ਸਭ ਤੋਂ ਜ਼ਿਆਦਾ ਅਗਰ ਮੁਲਕੇ ਪਾਕਿਸਤਾਨ ਵਿੱਚ ਕੋਈ ਮਹਿਕਮਾ ਕ੍ਰਾਈਸਿਸ ਵਿੱਚ ਹੈ ਤੇ ਉਹ ਫਾਰਮਿੰਗ ਹੈ। ਮੌਸਮੀਆਤੀ ਤਬਦੀਲੀ ਹੋਵੇ, ਸੈਲਾਬ ਹੋਵੇ, ਆਂਧੀਆਂ ਆਵਣ, ਤੂਫਾਨ ਚੱਲਣ, ਜੱਖੜ ਚੱਲਣ, ਜ਼ਾਲਾ ਬਾਰੀਆਂ ਹੋਵਣ, ਉਹਦੇ ਨਾਲ ਸਭ ਤੋਂ ਜ਼ਿਆਦਾ ਡੈਮੇਜ ਹੁੰਦਾ ਪਿਆ ਤੇ ਕਿਸਾਨ ਵੀ ਸੁਣਦੇ ਪੈਣ ਚੀਨੀ ਇੰਪੋਰਟ ਕਰਦੇ ਪੈਣ। ਸੀਜ਼ਨ ਤੁਹਾਡਾ ਸਿਰ ਤੇ ਆ ਗਿਆ, ਮਾਰਕੀਟ 'ਚ ਚੀਨੀ ਲੱਭੀ ਜਾਂਦੀ ਪਈ ਹੈ, ਕੋਈ ਸ਼ਾਰਟੇਜ ਨਹੀਂ ਹੈ। ਜਿਸ ਤਰ੍ਹਾਂ ਕਿ ਨਿਗਰਾਨ ਗਵਰਨਮੈਂਟ ਨੇ ਗੰਦਮ ਇੰਪੋਰਟ ਕਰਕੇ ਜ਼ਿਮੀਂਦਾਰ ਦੀ 2 ਸਾਲ ਦੀ ਗੰਦਮ ਰੁਲਾਈ ਹੈ, ਇਸੇ ਤਰ੍ਹਾਂ ਹੀ ਚੀਨੀ ਹੁਣ ਸੁਣਦੇ ਪਿਆ ਇੰਪੋਰਟ ਹੋਵੇ ਤੇ ਇੰਪੋਰਟ ਕਰਕੇ ਤੇ ਇਹ ਗੰਨਾ ਫਕਤ ਸਸਤੇ ਦਾਮੋਂ ਲਵਣ ਵਾਸਤੇ ਇਹ ਕਦਮ ਉਠਾਇਆ ਜਾਂਦਾ। ਮਿੱਲਾਂ ਦੇ ਰਹਿਮੋ ਕਰਮ ਤੇ ਸੱਟਣਾ ਪੈਂਦਾ ਹੈ। ਅਰਬਾਂ ਰੁਪਏ ਹਾਲੀ ਵੀ ਮੈਂ ਮਿੱਲਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਅਰਬਾਂ ਰੁਪਏ ਸੱਜੇ ਖੱਬੇ ਮੇਰੇ ਲੋਕਾਂ ਦੇ ਫਾਰਮਰ ਦੇ ਖੜੇ ਐਣ ਤੇ ਇਹ ਆਂਦੇ ਨੇ ਜੀ ਮੈਸ਼ਤ ਤਰੱਕੀ ਕਰਦੀ ਪਈ, ਕਿਸ ਤਰ੍ਹਾਂ ਕਰਦੀ ਪਈ ਹੈ। ਚੀਨੀ ਵਾਲੇ ਤੁਹਾਡੇ ਮਿੱਲਾਂ ਵਾਲੇ ਫਾਰਮਰ ਦੇ ਅਰਬਾਂ ਰੁਪਏ ਖੜੇ ਅਗਰ ਉਹ ਫਾਰਮਰ ਨੂੰ ਵਾਪਸ ਆਉਂਦੇ, ਕੋਈ ਫਾਰਮਰ ਕੋਠਾ ਬਣਾ ਬੰਦਾ, ਕੋਈ ਪਲਸਤਰ ਕਰ ਬੰਦਾ। अस्सलाम वालेकुम दोस्तों, अपना चैनल पीके यूट्यूब चैनल च खुश आमदीद दोस्तों। अज असीं मौजूद हाँ जी जिला फैसलाबाद तहसील तांदलियां वाला ते अहमद सईद तूर साहब को असीं आए हैं। जिस तरह कि तुहानूं पता है पिछे जे सैलाब ने काफ़ी ज़्यादा नुकसानात कीते ने साडे ज़मींदारां दे ते रहिंदी कहंदी कसर जिहड़ी है पिछे जे सालाबारी होई है 2 दिन पहलां ते उहने काफ़ी ज़्यादा नुकसान कर दिता। हुण तुसीं पिछे देख रहे हो आ गन्ने की फसल है, तकरीबन तैयार है, 10 फुट तक कद है गन्ने का तो सारी तकरीबन इत्थे लम्मे पै गई। तकरीबन 20 एकड़ तक तो इत्थे देखा, बाकी लागे लागे भी होर है वै। बाकी इस बारे मजीद गलबात अहमद सईद साहब ने गलबात करते हैं जी। अस्सलाम वालेकुम जी। वालेकुम सलाम वाला साहब की हाल है? शुक्र अल्लाह पाक दा, तुसीं सुनाओ जी? अलहमदुलिल्लाह। पहलां तो असीं गन्ने ते गल कर रहे हैं ते आ पिछे गन्ना किन्ने एकड़ आ पिछे जिहड़ा लाया तुसीं? सब तो पहले तुहाडी मेहरबानी, तुसीं आए तशरीफ लियाए, मैं बेहद मशकूर हाँ जी जी। उस तो बाद गन्ने की गल कर लवीए तो यह जिथे आप खड़े हैं ये 2.5 एकड़ के प्लाट हैं, ये 3 लाइनां इत्थे अपनियां गन्ने दी हैं। ये राया की फसल तो बाद लगा हुआ गन्ना है तो गन्ना थोड़े सामने इहदे ते कितनी मेहनत की हुई, कितने खर्चे किए होण वो तुहानूं नज़र आउंदा पिया, दोस्तां नूं कैमरे 'च भी नज़र आ जासी। ते गन्ने ते किन्ना क नुकसान हो रहा हुण इस टाइम भाई? गन्ने का नुकसान कम अज़ कम मेरी समझ नाल 250 तो 300 मण तुहाडा गन्ना जिहड़ा है ना जिस हालत नाल गन्ना डिग्गिया पिया है ये थोड़े प्लाटां चों निकल गया। अगर कोई 1000 मण की एवरेज लैके बैठा तो वह 200 मण 250 मण विचों कट आफ कर देवे। 200-250 मण कहते हैं कि गन्ना जिहड़ा स्टैंड है 8 फुट का तो लेटिया 10 फुट का, वो 8 फुट वाला गन्ने का वजन वध जाता है। कोई भी चीज़ है वो स्टैंड खड़ी रहे तो वो उत्थों ही वजन निकलता तो जो गिर जाती जहरी बात होंदी है जड़ां रूट्स डिसकनैक्ट हो जाते हैं जिंदी वजह नाल वो खुराक उतनी प्रोवाइड नहीं करता और ਉਹਦੇ ਨਾਲ ਦੂਸਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਗੰਨਾ ਥੱਲੂ ਫੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਹ ਰੂਟਸ ਜਿਹੜੀਆਂ ਉਸ ਗੰਨੇ ਪੁਰਾਣੇ ਦੀ ਬਜਾਏ ਨਵਾਂ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਜ਼ਿਆਦਾ ਖੁਰਾਕ ਦੇਣੀਆਂ ਸ਼ੁਰੂ ਕਰ ਦਿੰਦਾ ਜਿੰਦੀ ਵਜ੍ਹਾ ਨਾਲ ਗੰਨਾ ਵਜ਼ਨ ਵੀ ਲਾਸ ਕਰਦਾ ਹੈ ਔਰ ਉਸ ਗੰਨੇ ਦੀ ਗਰੋਥ ਸ਼ਰੋਤ ਹਰ ਸ਼ੈ ਰੁਕ ਜਾਂਦੀ ਹੈ। ਬਿਲਕੁਲ। ਹੁਣ ਤਕਰੀਬਨ ਗੰਨਾ ਤੁਹਾਡਾ ਮੇਰਾ ਤਾਂ ਖਿਆਲ ਹੈ ਤਿਆਰ ਹੈ ਇਸ ਟਾਈਮ, ਥੋੜਾ ਜਿਹਾ ਹੋਰ ਤਕਰੀਬਨ ਬਿਲਕੁਲ ਤਿਆਰ ਹੈ ਜੀ ਜੀ। ਤੇ ਕ੍ਰਸ਼ਿੰਗ ਦਾ ਅਜੇ ਕਾਫੀ ਲੇਟ ਸੁਣਨ ਚ ਆ ਰਿਹਾ ਤੇ ਕੀ ਇਹਦੇ ਬਾਰੇ ਇਹ ਨੁਕਸਾਨ ਹੋ ਰਿਹਾ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ ਨੁਕਸਾਨ ਹੋ ਰਿਹਾ? ਇਹ ਜੀ ਮੈਂ ਵੀ ਕੱਲ ਸੁਣਿਆ ਕਿ ਜ਼ਿਮੀਂਦਾਰ ਦੇ ਫਾਇਦੇ ਵਾਸਤੇ ਕ੍ਰਸ਼ਿੰਗ ਸੀਜ਼ਨ ਜਿਹੜਾ ਹੈ ਉਹ 20 ਨਵੰਬਰ ਤੇ ਲਗਾਇਆ ਗਿਆ ਕਿਉਂਕਿ ਸੈਲਾਬ ਆਏ ਹੋਣ ਤੇ ਸੈਲਾਬੀ ਇਲਾਕਿਆਂ 'ਚ ਰਸਤਿਆਂ ਦੀ ਪ੍ਰੋਬਲਮ ਹੈ। ਇਸ ਵਾਸਤੇ ਕਿ ਜ਼ਿਮੀਂਦਾਰ ਦਾ ਫਾਇਦਾ ਹੋ ਜਾਵੇ, ਰਸਤੇ ਰੁਸਤੇ ਠੀਕ ਹੋ ਜਾਵਣ। ਤੇ ਮੈਨੂੰ ਇਹ ਸਮਝ ਨਹੀਂ ਲੱਗਦੀ ਪਈ ਕਿ ਜਿਹੜੇ ਗਵਰਨਮੈਂਟ ਦੇ ਪਾਲਿਸੀਆਂ ਬਣਾਉਣ ਵਾਲਿਆਂ ਦੇ ਕੰਨਾਂ 'ਚ ਫੂਕ ਮਾਰ ਦੇਣ ਉਹ ਜ਼ਿਮੀਂਦਾਰ ਦਾ ਫਾਇਦਾ ਕਰਦੇ ਪੈਣ ਜਾਂ ਨੁਕਸਾਨ ਕਰਦੇ ਪੈਣ। ਫਾਇਦਾ ਕਿਸ ਤਰ੍ਹਾਂ ਕਰਦੇ ਪੈਣ ਤੇ ਨੁਕਸਾਨ ਮੈਂ ਥੋੜਾ ਜਿਹਾ ਡਿਟੇਲ ਨਾਲ ਦੱਸ ਦੇਣਾ ਦੋਸਤਾਂ ਨੂੰ।
ਫਾਇਦਾ ਇਸ ਤਰ੍ਹਾਂ ਕਰਦੇ ਪੈਣ ਕਿ ਕ੍ਰਸ਼ਿੰਗ ਸੀਜ਼ਨ ਚੂੰਕਿ ਲੇਟ ਹੋਸੀ ਤੇ ਸੀਜ਼ਨ ਕਲੋਜ਼ ਹੋਸੀ, ਥੋੜੇ ਦਿਨ ਦਾ ਸੀਜ਼ਨ ਹੋਸੀ ਤੇ ਭਗਦੜ ਮੱਚ ਜਾਸੀ। ਭਗਦੜ ਮਚਣ ਨਾਲ ਇਹ ਹੋਸੀ ਕਿ ਮਿੱਲਾਂ ਨੂੰ ਆਪਣੇ ਆਪ ਗੰਨਾ ਡਿਲੀਵਰ ਹੁੰਦਾ ਰਹੀ, ਕਿਸੇ ਨੂੰ ਗੰਨਾ ਦੂਰੋਂ ਲਿਆਉਣਾ ਨਾ ਪਉਸੀ, ਰੇਟ ਨਾ ਬਣਾਉਣਾ ਪਉਸੀ, ਪੈਸੇ ਨਾ ਦੇਣੇ ਪਉਸਣ। ਇਹ ਹੈ ਜੀ ਮਿੱਲਾਂ ਦਾ ਫਾਇਦਾ। ਜ਼ਿਮੀਂਦਾਰ ਦਾ ਜਿਹੜਾ ਫਾਇਦਾ ਹੈ, ਲੇਟ ਚੱਲਣ ਨਾਲ ਇਸ ਗੰਨੇ ਨੇ ਦਿਨ ਬ ਦਿਨ ਵਜ਼ਨ ਆਪਦਾ ਘਟਾਣਾ ਹੈ। ਇਹ ਜਿਤਨਾ ਜਲਦੀ ਆਪਦਾ ਮਿੱਲਾਂ ਨੂੰ ਜਾਸੀ ਉਤਨਾ ਕੁਝ ਰਿਕਵਰੀ ਬਿਹਤਰ ਦੇ ਜਾਸੀ ਵਜ਼ਨ ਦੀ ਸੂਰਤ ਵਿੱਚ। ਬਾਕੀ ਮਿੱਲਾਂ ਵਾਲੇ ਰੋਣਾ ਰੋਂਦੇ ਰਿਕਵਰੀ ਦਾ। ਅਸੀਂ ਅਲਹਮਦੁਲਿਲਾ ਹੁਣ ਜ਼ਿਮੀਂਦਾਰ ਸਾਰੇ ਮਤਲਬ ਐਡਵਾਂਸ ਹੋ ਗਏ, ਸਾਰਿਆਂ ਪੁਟਾਸ਼ਾਂ ਪਾਈਆਂ ਹੁੰਦੀਆਂ, ਵਜ਼ਨ ਨੂੰ ਕੁਝ ਵੀ ਨਹੀਂ ਹੁੰਦਾ, ਰਿਕਵਰੀ ਟਾਈਟ ਹੁੰਦੀ ਏ। ਇਹ ਗੰਨਾ ਜਾਸੀ, ਇਸ ਗੰਨੇ ਦੇ ਸਾਨੂੰ ਪੈਸੇ ਲੱਭਸਣ। ਔਰ 20 ਨਵੰਬਰ ਤੇ ਅਗਰ ਇਹ ਮਿੱਲਾਂ ਲੈ ਕੇ ਜਾਂਦੇ ਨੇ ਤਾਂ ਤੁਹਾਡੀ ਗੰਦਮ ਤਾਂ ਅੱਗੇ ਹੀ ਨਹੀਂ ਲੱਗਦੀ ਪਈ। ਤੇ 20 ਨਵੰਬਰ ਨੂੰ ਜਦੋਂ ਸੀਜ਼ਨ ਸਟਾਰਟ ਹੋਣਾ ਤੇ ਇਹਦਾ ਮਤਲਬ ਕੀ ਕਿ ਖੇਤ ਕਮ ਅਜ਼ ਕਮ ਪਹਿਲਾ ਜਿਹੜਾ ਤੁਹਾਡਾ ਕਿੱਲਾ 2 ਕਿੱਲਾ ਵਿਹਲੇ ਹੋਣੇ ਉਹ ਦਸੰਬਰ 'ਚ ਹੋਣੇ। ਤੇ ਦਸੰਬਰ 'ਚ ਗੰਦਮ ਲਾ ਕੇ ਤੁਸੀਂ ਚਾਹਣਾ ਕੀ, ਗੰਦਮ ਤਾਂ ਵੈਸੇ ਸ਼ਾਰਟਫਾਲ ਆਇਆ ਹੋਇਆ ਹੈ ਤੇ ਗੌਰਮੈਂਟ ਫੋਕਸ ਕੀਤੀ ਬੈਠੀ ਏ ਕਿ ਅਸੀਂ ਗੰਦਮ ਲਵਾਣੀ ਏ। ਤੇ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਗੰਦਮ ਕਿਵੇਂ ਲਵਾਊਗੇ। ਇਹ ਨਵੰਬਰ ਦੇ ਪਹਿਲੇ ਹਫਤੇ 'ਚ ਮਿੱਲਾਂ ਚਲਵਾਉਂਦੇ, ਗੰਨਾ ਆਟੋਮੈਟਿਕਲੀ ਜਾਂਦਾ, ਗੰਨੇ ਦੇ ਪੈਸੇ ਆਉਂਦੇ, ਗੰਨੇ ਤੇ ਕੋਈ ਗੰਦਮ ਲੱਗ ਜਾਂਦੀ ਜਾਂ ਥੋੜੇ ਰਕਬੇ ਤੇ ਵੀ ਲੱਗੇ ਤੇ ਉਹਨੂੰ ਬਿਹਤਰ ਖਾਦ ਪਾਣੀ ਅਸੀਂ ਦੇ ਸਕਦੇ, ਪ੍ਰੋਪਰ ਫਾਸਫੋਰਸਿਕ ਖਾਦਾਂ, ਪੋਟਾਸ਼ੀ ਖਾਦਾਂ ਥੱਲੇ ਦੇ ਕੇ ਥੋੜੇ ਇਕੜਾਂ 'ਚੋਂ ਅਸੀਂ ਬਿਹਤਰ ਪੈਦਾਵਾਰ ਲੈ ਸਕਦੇ ਆ। ਲੇਕਿਨ ਜਦੋਂ ਫਾਰਮਰ ਕੋਲ ਤੁਹਾਡੇ ਸਾਹਮਣੇ 50% ਫਾਰਮਰ ਨੂੰ ਡਿਸਟਰਬ ਕਰ ਦਿੱਤਾ ਸੈਲਾਬ ਨੇ, ਬਾਕੀ ਰਹੀ ਖਈ ਕਸਰ ਜਿਹੜੀ ਹੈ ਪਿਛਲੀ 2 ਰਾਤਾਂ ਤੋਂ ਜਿਹੜੀ ਜ਼ਾਲਾ ਬਾਰੀ ਹਵਾ ਜੱਖੜ ਚੱਲਿਆ ਉਹਦੇ ਨਾਲ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਖੇਤ ਬਚੇ ਹੋਏ ਹਨ ਮੱਕੀ ਦੇ ਹਨ ਜਾਂ ਗੰਨੇ ਦੇ ਹਨ ਉਹ ਸਾਰੇ ਲੰਮ ਲੇਟ ਹੋ ਗਏ ਜੀ। ਇਹ ਜੀ ਕੋਈ ਜ਼ਿਮੀਂਦਾਰ ਦੇ ਜ਼ਮਾਇਸ਼ ਹੀ ਚੱਲ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਸਲਾਬ ਦੇ ਵਿੱਚ ਜ਼ਿਮੀਂਦਾਰ ਵਿਚਾਰਿਆਂ ਦੇ ਬਹੁਤ ਜ਼ਿਆਦਾ ਨੁਕਸਾਨਾਤ ਹੋਏ ਨੇ ਤੇ ਰਹਿੰਦੀ ਕਹਿੰਦੀ ਕਸਰ ਜੀ ਆ ਸਾਲਾ ਬਾੜੀ ਨੇ ਕਰ ਦਿੱਤੀ ਹੈ। ਤੇ ਆਪਣੇ ਇਲਾਕੇ ਦੇ ਵਿੱਚ ਸਲਾਬ ਤੇ ਮੇਰੇ ਖਿਆਲ ਬਚਿਆ ਕੰਮ ਇਹਦੇ? ਨਹੀਂ ਜੀ, ਸਾਡੇ ਕੋਲ ਅਲਹਮਦੁਲਿਲਾ ਅਸੀਂ ਸਲਾਬ ਤੋਂ ਬਚ ਗਏ ਹਾਂ। ਸਾਡੇ ਤੇ ਇਹ ਕੁਦਰਤੀ ਆਫਤ ਆਈ ਉਹਦੇ ਸਾਡੇ ਅਮਾਲ ਵੀ ਹਨ, ਅੱਲਾਹ ਤਾਲਾ ਦੀ ਨਾਰਾਜ਼ਗੀ, ਸਾਨੂੰ ਅੱਲਾਹ ਤਾਲਾ ਤੋਂ ਮਾਫੀਆਂ ਮੰਗਣੀਆਂ ਚਾਹੀਦੀਆਂ ਹਨ। ਅੱਲਾਹ ਤਾਲਾ ਦੀ ਨਾਰਾਜ਼ਗੀ ਹੈ। ਇਹ ਜਿਹੜੀ ਫਸਲ ਤੇ ਆਪਾਂ ਖੜੇ ਆਂ ਇਹਦੇ ਤੇ ਆਪਾਂ ਕਿਤਨਾ ਕੰਮ ਕੀਤਾ ਹੈ, ਫਕਤ ਮੇਰੀ ਸਮਝ ਨਾਲ ਅਸੀਂ 5% ਕੰਮ ਕੀਤਾ ਹੈ, ਬਾਕੀ ਸਾਰਾ ਕਿਰਦਾਰ ਰੱਬ ਸੋਹਣੇ ਦੀ ਜ਼ਾਤ ਦਾ ਹੈ। ਬਿਲਕੁਲ ਬਿਲਕੁਲ। ਸੋ ਅਸੀਂ ਜ਼ਕਾਤ ਨਹੀਂ ਦਿੰਦੇ, ਅਸੀਂ ਉਸ਼ਰ ਨਹੀਂ ਦਿੰਦੇ, ਨਮਾਜ਼ ਨਹੀਂ ਪੜ੍ਹਦੇ, ਵਕਤੀ ਅੱਲਾ ਨੂੰ ਯਾਦ ਕਰਨੇ ਆ ਜਦੋਂ ਅਸੀਂ ਕਿਸੇ ਮਾਮਲੇ 'ਚ ਫਸ ਜਾਂਦੇ ਹਾਂ। ਤੇ ਹਲਕੀਆਂ ਹਲਕੀਆਂ ਅੱਲਾ ਨੂੰ ਤੁਹਾਨੂੰ ਟੈਸਟਰ ਲੱਗਦਾ ਹੈ ਕਿ ਇਨਸਾਨ ਸਿੱਧਾ ਹੋ ਜਾ, ਇਨਸਾਨ ਸਿੱਧਾ ਹੋ ਜਾ। ਤੇ ਸਾਨੂੰ ਸਿੱਧਿਆ ਹੋਣਾ ਚਾਹੀਦਾ, ਅੱਲਾਹ ਤਾਲਾ ਕੋਲ ਮਾਫੀਆਂ ਮੰਗਣੀਆਂ ਚਾਹੀਦੀਆਂ। ਇਸ ਟਾਈਮ ਸਭ ਤੋਂ ਜ਼ਿਆਦਾ ਅਗਰ ਮੁਲਕੇ ਪਾਕਿਸਤਾਨ ਵਿੱਚ ਕੋਈ ਮਹਿਕਮਾ ਕ੍ਰਾਈਸਿਸ ਵਿੱਚ ਹੈ ਤੇ ਉਹ ਫਾਰਮਿੰਗ ਹੈ। ਮੌਸਮੀਆਤੀ ਤਬਦੀਲੀ ਹੋਵੇ, ਸਿਲਾਬ ਹੋਵੇ, ਆਂਧੀਆਂ ਆਵਣ, ਤੂਫਾਨ ਚੱਲਣ, ਜੱਖੜ ਚੱਲਣ, ਜ਼ਾਲਾ ਬਾਰੀਆਂ ਹੋਵਣ, ਉਹਦੇ ਨਾਲ ਸਭ ਤੋਂ ਜ਼ਿਆਦਾ ਡੈਮੇਜ ਹੁੰਦਾ ਪਿਆ ਤੇ ਕਿਸਾਨ ਹੁੰਦਾ ਪਿਆ, ਜਿਹੜਾ ਪਿਛਲੇ 2-3 ਸਾਲ ਤੋਂ ਡੈਮੇਜ ਹੋ ਰਿਹਾ। ਤੇ ਕਿਸਾਨ, ਮੇਰਾ ਇੱਕ ਸਲੋਗਨ ਹੈ ਕਿ ਕਿਸਾਨ ਤੁਹਾਡੇ ਮੁਲਕ ਦੀ ਜਿਹੜੀ ਟ੍ਰੇਨ ਚੱਲਦੀ ਹੈ ਮਈਸ਼ਤ ਦੀ, ਉਹਦਾ ਇੰਜਣ ਹੈ। ਜਦੋਂ ਉਸ ਇੰਜਣ ਨੇ ਬੈਠ ਜਾਣਾ ਤਾਂ ਫਿਰ ਬੋਗੀਆਂ ਤਾਂ ਨਹੀਂ ਚੱਲਣ ਲੱਗੀਆਂ। ਸੋ ਕਿਸਾਨ ਨੂੰ ਵੀ ਅੱਲਾ ਕੋਲ ਮਾਫੀਆਂ ਮੰਗਣੀਆਂ ਚਾਹੀਦੀਆਂ, ਹਕੂਮਤ ਨੂੰ ਵੀ ਕੁਝ ਐਸੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ। ਟਰੈਕਟਰ ਦੇਣਾ ਬੜੀ ਅੱਛੀ ਬਾਤ ਹੈ, ਲੇਕਿਨ ਟਰੈਕਟਰ ਤੋਂ ਉੱਥੇ ਗਏ ਜਿਹੜਾ ਛੋਟਾ ਫਾਰਮਰ ਹੈ 3 ਤੋਂ 60 ਏਕੜ ਦੇ ਦਰਮਿਆਨ, ਉਹਨੂੰ ਟਰੈਕਟਰ ਨਹੀਂ ਮਿਲਿਆ, ਉਹਨੂੰ ਸਬਸਿਡੀ ਨਹੀਂ ਮਿਲੀ, ਉਹ ਵੱਡੀਆਂ ਫਸਲਾਂ ਨਹੀਂ ਲਾ ਸਕਦਾ, ਉਹ ਫਕਤ ਦੁੱਧ ਵੇਚ ਕੇ ਜਾਂ ਕੋਈ 150 ਮਣ ਗੰਦਮ ਵੇਚ ਕੇ ਤਾਂ ਆਪਣੇ ਸਾਰੇ ਸਾਲ ਦੇ ਖਰਚੇ ਚਲਾਉਂਦਾ। ਮੇਰਾ ਸਵਾਲ ਉਤਲੇ ਹਕੂਮਤੀ ਅਮਾਨਾਂ ਨਾਲ ਇਹ ਹੈ ਕਿ ਜਿਹੜਾ 3 ਤੋਂ 7 ਏਕੜ ਦਾ ਫਾਰਮਰ ਹੈ, ਅਗਰ ਉਹ 2 ਬੱਚੇ ਪੜ੍ਹਾਉਂਦਾ ਪਿਆ ਤਾਂ ਖੁਦਾ ਰਾ ਕੈਲਕੂਲੇਸ਼ਨ ਕਰਕੇ ਵੇਖੋ ਤਾਂ ਸਹੀ ਕਿ ਉਹ ਫੀਸਾਂ ਕਿਸ ਤਰ੍ਹਾਂ ਭਰਦਾ ਪਿਆ, ਕਿ ਉਹ ਆਪਣੇ ਬੱਚਿਆਂ ਨੂੰ ਲੰਚ ਦੇ ਰਿਹਾ ਹੈ, ਕਿ ਉਹ ਬੱਚਿਆਂ ਨੂੰ ਨਾਸ਼ਤਾ ਦੇ ਰਿਹਾ ਹੈ, ਉਹ ਕਿਸ ਤਰ੍ਹਾਂ ਸਰਵਾਈਵ ਕਰ ਰਿਹਾ। ਕਦੀ ਇਸ ਥੋੜੇ ਜਿਹੇ ਬਜਟ ਨੂੰ ਖੁਦਾ ਰਾ ਵੇਖੋ। ਅਸੀਂ ਇਹ ਨਹੀਂ ਆਂਦੇ ਕਿ ਸਾਡੀ ਹਰ ਚੀਜ਼ ਮਹਿੰਗੀ ਹੋਣੀ ਚਾਹੀਦੀ, ਅਸੀਂ ਆਨੇ ਹਰ ਚੀਜ਼ ਸਸਤੀ ਹੋਣੀ ਚਾਹੀਦੀ। ਜਿਸ ਤਰ੍ਹਾਂ ਰੀਸੈਂਟ DAP 13,300 ਤੋਂ ਲੈ ਕੇ 15,000 ਤੇ ਵਾਗੀ ਹਲ ਤੇ ਫਸਲ ਗੱਡੀ ਜਾਣੀ। ਤੇ ਅਗਰ ਤੁਸੀਂ ਸਾਡੀ ਕਣਕ ਵਿਚਾਣੀ 2200-2400 ਰੁਪਏ ਤੇ ਫਿਰ ਕਣਕ ਕਿੱਥੇ ਗੱਡੀ ਜਾਣੀ। ਇਧਰ ਬਾਰੇ ਵੀ ਸੋਚਣਾ ਚਾਹੀਦਾ। ਇੱਕੋ ਪਾਸੇ ਤੇ ਨਾ ਤਰਾਜ਼ੂ ਨੂੰ ਬਿਲਕੁਲ ਬਰਾਬਰ ਰੱਖ ਕੇ ਤੋਲ ਚਲਾਉਣਾ ਚਾਹੀਦਾ। ਚੈੱਕ ਕਰਾਓ ਗੰਨੇ ਦਾ ਕੀ ਕਾਟ ਹੈ। ਇਹ ਜੀ ਆਪਣਾ ਸਭ ਤੋਂ ਇਹ ਅਪ੍ਰੈਲ ਦਾ ਗੰਨਾ ਆਪਣਾ ਲੱਗਾ ਹੋਇਆ। ਇਹ 7-8 ਅਪ੍ਰੈਲ ਦਾ ਗੰਨਾ ਹੈ। ਇਹ ਵੀ ਰਾਇਆ ਦੀ ਫਸਲ ਤੇ ਗੰਨਾ। ਇਹਦੇ 'ਚ ਆਪਾਂ 20 ਕਿਲੋ ਮਕਈ ਦੇ ਚੋਪੇ ਵੀ ਲਵਾਇਆ ਤਾਂ ਕਿ ਆਪਣੇ ਕੋਲ ਜਿਹੜੇ ਜਾਨਵਰ ਹੁੰਦੇ ਨੇ ਜਦੋਂ ਸ਼ਤਾਲਾ ਬਰਸੇਮ ਆਪਣੀ ਖਤਮ ਹੁੰਦੀ ਤੇ ਫਿਰ ਉੱਥੇ ਪੱਠਿਆਂ ਦਾ ਇੱਕ ਗੈਪ ਆਉਂਦਾ ਹੈ। ਇਹਦੇ 'ਚ ਆਪਾਂ 4 ਫੁੱਟ ਤੇ ਗੰਨਾ ਲਾਇਆ, ਦੋਵਾਂ ਸਾਈਡਾਂ ਤੇ ਆਪਾਂ 20 ਕਿਲੋ ਸੀਡ ਵੀ ਲਵਾਇਆ ਮੱਕੀ ਦਾ ਚਾਰੇ ਦੀ ਸੂਰਤ ਵਿੱਚ। ਇਸ ਦੇ ਬਾਵਜੂਦ ਗੰਨਾ ਤੁਸੀਂ ਚੈੱਕ ਕਰ ਲਓ, ਇਹ ਅਪ੍ਰੈਲ ਕਾਸ਼ ਦਾ ਗੰਨਾ ਹੈ ਜੀ। ਇਹਦੇ ਤੇ ਕਿਤਨੀ ਮਿਹਨਤ ਹੋ ਗਈ ਹੋਈ ਹੈ। ਗੰਨੇ ਦੀ ਲੈਂਥ ਚੈੱਕ ਕਰੋ, ਮੋਟਾਈ ਚੈੱਕ ਕਰੋ, ਜ਼ੂਮ ਕਰਕੇ ਦਿਖਾ ਦਿਓ ਗੰਨਾ ਮੋਟਾ ਕਿਤਨਾ ਹੈ। ਸੋ ਆਪਣਾ ਕੰਮ ਆ ਮਿਹਨਤ ਕਰਨੀ। ਰਾਜ਼ੇ ਕੁੱਤਾ ਬੈਠਾ ਹੈ, ਕਮਾਂਦ ਡਿੱਗ ਪਿਆ ਹੈ, ਕੋਈ ਬਾਤ ਨਹੀਂ। ਇਹਦੇ ਤੇ ਵੀ ਅਸੀਂ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ। ਇਹਦੇ 'ਚ ਵੀ ਸਾਡਾ ਕੋਈ ਨਾ ਕੋਈ ਫਾਇਦਾ ਹੋਣਾ ਹੈ। ਤੇ ਜਿਹੜੀ ਰੋਜ਼ੀ ਸਾਡੀ ਉਸ ਲਿਖੀ, ਕਿਉਂਕਿ ਉਹ ਗਰੰਟਰ ਉਹ ਹੈ
ਤੇ ਜਿਹੜੀ ਰੋਜ਼ੀ ਉਹ ਸਾਡੀ ਲਿਖੀ ਉਹ ਕਿਧਰੇ ਵੀ ਨਹੀਂ ਜਾਣ ਲੱਗੀ। ਬਾਕੀ ਤੂਰ ਸਾਹਿਬ ਕੀ ਸੂਰਤ ਹਾਲ ਆ ਕਿ ਗੰਨੇ ਦਾ ਚੀਨੀ ਦੀ ਕੀ ਸੂਰਤ ਹਾਲ ਨਜ਼ਰ ਆ ਰਹੀ ਹੈ ਰੇਟ ਦੇ ਹਿਸਾਬ? ਚੀਨੀ ਜੀ ਗਵਰਨਮੈਂਟ ਸਾਰੇ ਹੀ ਫਾਇਦੇ ਕਿਸਾਨ ਦੇ ਕਰਦੀ ਪਈ, ਸੁਣਦੇ ਪਏ ਜੇ ਚੀਨੀ ਇੰਪੋਰਟ ਕਰਦੇ ਪੈਣ, ਸੀਜ਼ਨ ਤੁਹਾਡਾ ਸਿਰ ਤੇ ਆ ਗਿਆ, ਮਾਰਕੀਟ 'ਚ ਚੀਨੀ ਲੱਭੀ ਜਾਂਦੀ ਪਈ ਹੈ, ਕੋਈ ਸ਼ਾਰਟੇਜ ਨਹੀਂ ਹੈ। ਜਿਸ ਤਰ੍ਹਾਂ ਕਿ ਨਿਗਰਾਨ ਗਵਰਨਮੈਂਟ ਨੇ ਗੰਦਮ ਇੰਪੋਰਟ ਕਰਕੇ ਜ਼ਿਮੀਂਦਾਰ ਦੀ 2 ਸਾਲ ਦੀ ਗੰਦਮ ਰੁਲਾਈ ਹੈ, ਇਸੇ ਤਰ੍ਹਾਂ ਹੀ ਚੀਨੀ ਹੁਣ ਸੁਣਦੇ ਪਿਆ ਇੰਪੋਰਟ ਹੋਵੇ ਤੇ ਇੰਪੋਰਟ ਕਰਕੇ ਤੇ ਇਹ ਗੰਨਾ ਫਕਤ ਸਸਤੇ ਦਾਮੋਂ ਲਵਣ ਵਾਸਤੇ ਇਹ ਕਦਮ ਉਠਾਇਆ ਜਾਂਦਾ। ਹਾਲਾਂਕਿ ਕਿਸੇ ਨੂੰ ਅਗਰ ਯਾਦ ਹੋਵੇ ਤੇ ਪਿਛਲੇ ਸੀਜ਼ਨ ਦੌਰਾਨੇ ਸੀਜ਼ਨ ਮੈਂ ਜਦੋਂ ਦੀ ਫਾਰਮਿੰਗ ਕਰਨ ਲੱਗਾ ਵੈਦ ਪਹਿਲਾ ਸਾਲ ਆ ਕਿ ਦੌਰਾਨੇ ਸੀਜ਼ਨ ਸਰਦੀਆਂ 'ਚ ਚੀਨੀ ਮਹਿੰਗੀ ਸੀਜ਼ਨ ਚੱਲਦਾ ਪਿਆ ਤੇ ਚੀਨੀ ਮਹਿੰਗੀ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਚੀਨੀ ਮਹਿੰਗੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗਰਮੀਆਂ ਸ਼ਰਬਤ ਬਣਦਾ ਹੈ, ਮਤਲਬ ਖੰਡ ਹੇਠ ਉੱਤੇ ਗਿਲਾਸਾਂ 'ਚ ਹੁੰਦੀ। ਬਿਲਕੁਲ ਉਹ ਸਰਦੀਆਂ 'ਚ ਸੀਜ਼ਨ 'ਚ ਸਟਾਰਟ ਹੋ ਗਈ। ਹੁਣ ਇਹ ਜਿਹੜਾ ਕਦਮ ਗਵਰਨਮੈਂਟ ਉਠਾਉਂਦੀ ਪਈ, ਮੇਰੀ ਸਮਝ ਨਾਲ ਫਾਰਮਰ ਹੋਣ ਦੇ ਨਾਤੇ ਕਿ ਗੰਨਾ ਜਿਹੜਾ ਹੈ ਸਾਥੂ ਸਸਤੇ ਦਾਮੋਂ ਆਉਣੇ ਪਾਉਣੇ ਲੈ ਕੇ ਫਿਰ ਇਹ ਜਦੋਂ ਟਾਈਮ ਸ਼ਰਬਤ ਦਾ ਆਉਣਾ ਹੈ ਇਹ ਚੀਨੀ ਇੱਥੇ ਹੀ ਛਾਲਾ ਮਾਰਦੀ ਪਈ ਹੋਣੀ। ਸਿਰਫ ਮਾਰਨ ਦਾ ਪ੍ਰੋਗਰਾਮ ਇੱਕ ਫਾਰਮਰ ਨੂੰ ਹੀ ਹੈ। ਯਾਨੀ ਕਿ ਤੁਹਾਡਾ ਹੁਣ ਇਹ ਮਸ਼ਵਰਾ ਹੈ ਕਿ ਗੰਦਮ ਯਾਨੀ ਕਿ ਚੀਨੀ ਇੰਪੋਰਟ ਨਾ ਕੀਤੀ ਜਾਏ ਬਲਕਿ ਕ੍ਰਸ਼ਿੰਗ ਹੋਣ ਕੀਤੀ ਜਾਏ ਜੀ। ਕ੍ਰਸ਼ਿੰਗ ਸੀਜ਼ਨ ਸਟਾਰਟ ਕਰਨਾ ਚਾਹੀਦਾ। ਮੁੱਢੀ ਫਸਲ ਤੁਹਾਡੀ ਬਿਲਕੁਲ ਤਿਆਰ ਹੈ, ਆਪਣਾ ਸਾਨਵਾ ਗੰਨਾ ਹੈ, ਇਹਦੀ ਰਿਕਵਰੀ ਦੇ ਮਸਾਇਲ ਹਨ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਜਿਹੜਾ ਮੁੱਢੀ ਤੁਹਾਡਾ ਗੰਨਾ ਉਹ ਮੁਕੰਮਲ ਤਿਆਰ ਹੈ ਇਸ ਟਾਈਮ। ਤੁਹਾਡੇ ਤਾਂ ਮੈਂ ਦੇਖਿਆ ਤਕਰੀਬਨ ਤਿਆਰ ਹੈ, ਲੇਕਿਨ ਬਾਹਰ ਇਲਾਕਿਆਂ 'ਚ ਹੋ ਸਕਦਾ ਜੇ ਨਾ ਗੰਨਾ ਤਿਆਰ ਹੋ ਜਿਹਦਾ ਕਰਕੇ ਕ੍ਰਸ਼ਿੰਗ ਲੇਟ ਕਰ ਰਹੇ ਨੇ, 20 ਨਵੰਬਰ ਦੀ ਕੁਛ ਨਾ ਡੇਟ ਦੇ ਰਹੇ ਨਹੀਂ। ਗੰਨੇ ਤੇ 2 ਹੀ ਟਾਈਮ ਹਨ, ਜਾਂ ਸਵਿੰਗ ਡੇਟ 2 ਹੀ ਹਨ, ਜਾਂ ਸਤੰਬਰ ਕਾਸ਼ਤ ਹੈ ਜਾਂ ਫਰਵਰੀ ਮਾਰਚ ਕਾਸ਼ਤ ਹੈ। ਠੀਕ ਹੋ ਗਿਆ। ਅਪ੍ਰੈਲ ਮਈ ਤੇ ਤੁਸੀਂ ਗੰਨਾ ਬੀਜ ਹੀ ਨਹੀਂ ਸਕਦੇ ਜਿੰਦੇ ਰਿਕਵਰੀ ਦੇ ਮਸਾਇਲ ਆ ਸਕਦੇ ਨੇ। ਮੈਂ ਦੱਸਦਾ ਪਿਆ ਡਿਟੇਲ ਨਾਲ ਕਿ ਜਿਹੜਾ ਸਾਨਵਾ ਗੰਨਾ ਹੈ ਫਰਵਰੀ ਮਾਰਚ ਕਾਸ਼ਤ ਆ ਉਹਦੇ ਰਿਕਵਰੀ ਦੇ ਪ੍ਰੋਬਲਮ ਆ ਸਕਦੇ ਨੇ। ਲੇਕਿਨ ਤੁਹਾਡੇ ਕੋਲ 50% ਸਾਨਵਾ ਗੰਨਾ ਹੁੰਦਾ ਹੈ, 50% ਮੁੱਢੀ ਗੰਨਾ ਹੁੰਦਾ ਹੈ ਤੇ ਫਾਰਮਰ ਕਦੀ ਵੀ ਸਾਨਵਾ ਗੰਨਾ ਜਦੋਂ ਮਿਲਾਂ ਸਟਾਰਟ ਹੁੰਦੀਆਂ ਉਦੋਂ ਨਹੀਂ ਸੁੱਟਦਾ। ਅਗਰ ਉਹ ਸੁੱਟੇ ਤੇ ਉਹਦੇ ਤੇ ਅੱਗੇ ਸਰਦੀ ਜਾ ਕੇ ਕੋਰਾ ਪਾਉਂਦਾ ਤੇ ਉਹਦੀ ਮੁੱਢੀ ਫਸਲ ਨਹੀਂ ਹੁੰਦੀ। ਇਸ ਵਾਸਤੇ ਮੈਂ ਕਨਫਰਮ ਕਰਦਿਆਂ ਦੋਸਤਾਂ ਨੂੰ ਕਿ ਲਾਵਾਂ ਗੰਨਾ ਕਦੀ ਵੀ ਫਾਰਮਰ ਨਹੀਂ ਸੁੱਟਦਾ। ਉਸ ਜਾ ਕੇ ਜਨਵਰੀ ਤੋਂ ਬਾਅਦ ਜਦੋਂ ਕੋਰੇ ਦਾ ਟਾਈਮ ਖਤਮ ਹੋ ਜਾਂਦਾ ਹੈ ਉਦੋਂ ਹੀ ਜਾ ਕੇ ਉਹ ਸੁੱਟਣਾ ਹੁੰਦਾ ਹੈ ਤਾਂ ਕਿ ਉਹਦੀ ਅਗਲੀ ਮੁੱਢੀ ਦੀ ਫਸਲ ਬਿਹਤਰ ਹੋ ਜਾਵੇ, ਕਿਉਂਕਿ ਕੋਰਾ ਇਹਨੂੰ ਡੈਮੇਜ ਕਰ ਦਿੰਦਾ ਹੈ। ਬਿਲਕੁਲ ਬਿਲਕੁਲ। ਗੰਨਾ ਉਹੀ ਸਟਾਰਟ ਸ਼ੁਰੂ ਹੁੰਦਾ ਜਿੰਦੇ ਤੇ ਗੰਦਮ ਬੀਜੀ ਜਾਣੀ ਹੋਵੇ, ਉਹ ਮੁੱਢੀ ਫਸਲ ਹੁੰਦੀ, ਉਹਦੀ ਰਿਕਵਰੀ ਬਿਹਤਰ ਹੁੰਦੀ ਹੈ। ਜਿਸ ਰੇਟ ਤੇ ਪਿਛਲੇ ਸਾਲ ਗੰਨਾ ਲਿਆ ਗਿਆ, ਅਗਰ ਸਾਡੇ ਰੰਗਾ ਫਾਰਮਰ ਅਨਪੜ੍ਹ ਫਾਰਮਰ ਵੀ ਹਿਸਾਬ ਕਰੇ ਤਾਂ ਚੀਨੀ 115-20 ਰੁਪਏ ਬਣਦੀ ਹੈ, ਜਿਹੜੀ ਇਹਨਾਂ 130 ਰੁਪਏ ਤੋਂ 164 ਰੁਪਏ 50 ਪੈਸੇ 30 ਰੁਪਏ 34 ਰੁਪਏ 50 ਪੈਸੇ ਇਨਕਰੀਜ਼ ਰੇਟ ਕਰ ਦਿੱਤਾ। ਹਾਂਜੀ। ਇਸ ਟਾਈਮ ਵੀ ਮੈਂ ਹਕੀਕਤ ਬਿਆਨ ਕਰਦਾ ਪਿਆ 177 ਰੁਪਏ ਸਾਡੇ ਸ਼ਹਿਰੋਂ ਤਾਂਦਲਿਆਂ ਵਾਲੇ ਚੀਨੀ ਲੱਭਦੀ ਪਈ ਗਵਰਨਮੈਂਟ ਜਿਹੜੇ ਤੋੜੇ ਦਿੰਦੀ ਹੈ। ਉਹ ਬਲੈਕ ਬਰਾਊਨ ਚੀਨੀ ਹੈ, ਵਾਈਟ ਚੀਨੀ ਨਹੀਂ ਹੈ, ਬਲੈਕ ਬਰਾਊਨ ਉਹਦਾ ਰੰਗ ਹੈ। 170 ਰੁਪਏ ਲੱਭਦੀ ਹੈ। 2 kg ਤੋਂ ਵੱਧ ਕਿਸੇ ਵੀ ਨੂੰ ਵੀ ਲੱਭਦੀ ਤੇ ਲੱਭਦੀ ਵੀ ਉਹਨੂੰ ਹੈ ਜਿਹੜਾ ਕੋਈ ਮੇਰੇ ਰੰਗਾ ਹੋਵੇ, ਜਿੰਦਾ ਕੋ ਮੂੰਹ ਵੱਲ ਵੁੱਲ ਹੋਵੇ। ਆਮ ਬੰਦੇ ਸ਼ੁੱਧ ਨੂੰ ਉਹ ਵੀ ਉਹ ਕੋਈ ਨਹੀਂ ਦਿੰਦੇ। ਇਹ ਛੋਟੇ ਨਹੀਂ ਜੀ, ਗੰਨੇ ਦਾ ਸੀਜ਼ਨ ਕੋਈ ਨਹੀਂ ਚਾਰਮਿੰਗ ਹੋਣਾ, ਮੈਨੂੰ ਨਜ਼ਰ ਆ ਗਏ ਨੇ ਹਾਲਾਤ। ਲੇਕਿਨ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮਿੱਲਾਂ ਵਾਲਿਆਂ ਦੀ ਕਿ ਗੰਨਾ ਮੁਕਾ ਕੇ ਤੇ ਇਹ ਗੰਨਾ ਕਿਆ ਬਾਹਰੋਂ ਇੰਪੋਰਟ ਕਰਕੇ ਮਿੱਲਾਂ ਚਲਾਸਣ। ਆਹੋ, ਸਵਾਲ ਤਾਂ ਇਹ ਬਣਦਾ ਹੈ ਨਾ, ਇਹ 1-2 ਸੀਜ਼ਨ ਤਾਂ ਬਿਹਤਰ ਲਾ ਕੇ ਪੈਸੇ ਕਮਾ ਜਾਸਣ। ਮਤਲਬ 300-250 ਤੋਂ ਸੀਜ਼ਨ ਸ਼ੁਰੂ ਹੁੰਦਾ ਹੈ, 440 ਰੁਪਏ ਤੱਕ ਪਿਛਲੇ ਸਾਲ ਸਾਡੇ ਕੋਲ ਗਿਆ। ਲੇਕਿਨ ਉਹਦੇ ਨਾਲ ਗੰਨੇ ਦੀ ਫਸਲ ਵਿੱਚ ਕੱਟ ਆਫ ਹੁੰਦਾ ਪਿਆ। ਕੱਟ ਆਫ ਕਿਉਂ ਹੁੰਦਾ ਪਿਆ ਉਹ ਥੋੜਾ ਜਿਹਾ ਡਿਟੇਲ ਨਾਲ ਮੈਂ ਦੱਸ ਦਿੰਦਾ। ਉਹ ਇਸ ਤੋਂ ਹੁੰਦਾ ਪਿਆ ਕਿ ਹਰ ਸਾਲ ਭਾਈਆਂ 'ਚ ਰਕਬੇ ਤਕਸੀਮ ਹੁੰਦੇ ਪਏ। ਜਦੋਂ ਰਕਬੇ ਤਕਸੀਮ ਹੁੰਦੇ ਤੇ ਰਕਬੇ ਦਾ ਸਾਈਜ਼ ਘਟਦਾ ਹੈ। ਚੂੰਕਿ 1 ਸਾਲ ਦੀ ਫਸਲ ਹੈ ਤੇ ਅੱਜ ਕੱਲ੍ਹ ਜਿਤਨੇ ਆਪਣੇ ਅਖਰਾਜਾਤ ਹੋ ਗਏ, ਤੁਹਾਡਾ ਸੁੱਤਿਆਂ ਪਿਆ ਵੀ ਪਰਸ ਖੁੱਲਾ ਪਿਆ। ਜਿਹੜਾ ਰਾਤੀ ਤੁਸੀਂ 4 ਘੰਟੇ ਸੌਣਾ ਹੈ, ਸੁਬਹ ਜਾਂ ਤੁਸੀਂ ਉੱਠਣਾ ਹੈ ਤੇ ਉਹ 4 ਘੰਟੇ ਵਾਲਾ ਗੈਪ ਪੂਰਾ ਹੋ ਜਾਣਾ। ਕਿਉਂਕਿ ਪ੍ਰਾਈਵੇਟ ਸਕੂਲ ਮਾਫੀਆ ਸਾਨੂੰ ਆਖਿਆ ਜਾਂਦਾ, ਲੇਕਿਨ ਜਿਹੜੇ ਸਭ ਤੋਂ ਵੱਡੇ ਮਾਫੀਆ ਹਨ ਉਹ ਹੈ ਪ੍ਰਾਈਵੇਟ ਸਕੂਲ ਮਾਫੀਆ। 3000 3500 ਸਾਡੇ ਰੰਗੇ ਛੋਟੇ ਕਸਬੇ ਜਿਹੜੇ ਹਨ, ਸ਼ਹਿਰ ਤਾਂ ਅਸੀਂ ਨਹੀਂ ਆ ਸਕਦੇ, ਸ਼ਹਿਰ ਹੁੰਦੇ ਰਾਤੀ ਜਿਹੜੇ ਖੁੱਲਦੇ ਸਾਡੇ ਸ਼ਾਮ ਬੰਦ ਹੋ ਜਾਂਦੇ ਨੇ। ਇਹ ਕਸਬੇ ਇੱਥੇ 3500 ਰੁਪਇਆ ਬੱਚਾ ਜਿਹੜਾ ਪਹਿਲੇ ਦਿਨ ਸਕੂਲ ਜਾਂਦਾ ਹੈ ਉਹਦੀ ਫੀਸ ਹੈ। ਤੇ ਇਹਦਾ ਮਤਲਬ ਕੀ ਕਿ ਉਸ ਬੱਚੇ ਤੇ ਤੁਹਾਡਾ 15000 ਰੁਪਇਆ ਮੰਥਲੀ ਖਰਚਾ ਹੈ। ਉਸ ਵਾਸਤੇ ਇਹ ਪਰਸ ਰੋਜ਼ ਨਹੀਂ ਤੁਹਾਡਾ ਖੋਲਦਾ, ਇਹ ਸਾਲ ਤੁਹਾਨੂੰ ਉੱਤੇ ਖਰਚਾ ਕਰਕੇ ਫਿਰ ਮਿੱਲਾਂ ਦੇ ਰਹਿਮੋ ਕਰਮ ਤੇ ਸੱਟਣਾ ਪੈਂਦਾ ਹੈ। ਅਰਬਾਂ ਰੁਪਏ ਹਾਲੀ ਵੀ ਮੈਂ ਮਿੱਲਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਅਰਬਾਂ ਰੁਪਏ ਸੱਜੇ ਖੱਬੇ ਮੇਰੇ ਲੋਕਾਂ ਦੇ ਫਾਰਮਰ ਦੇ ਖੜੇ ਹਨ। ਤੇ ਇਹ ਆਂਦੇ ਨੇ ਜੀ ਮੈਸ਼ਤ ਤਰੱਕੀ ਕਰਦੀ ਪਈ, ਕਿਸ ਤਰ੍ਹਾਂ ਕਰਦੀ ਪਈ ਹੈ। ਚੀਨੀ ਵਾਲੇ ਤੁਹਾਡੇ ਮਿੱਲਾਂ ਵਾਲੇ ਫਾਰਮਰ ਦੇ ਅਰਬਾਂ ਰੁਪਏ ਖੜੇ ਹਨ। ਅਗਰ ਉਹ ਫਾਰਮਰ ਨੂੰ ਵਾਪਸ ਆਉਂਦੇ, ਕੋਈ ਫਾਰਮਰ ਕੋਠਾ ਬਣਾ ਬੰਦਾ, ਕੋਈ ਪਲਸਤਰ ਕਰ ਬੰਦਾ, ਟੈਲ ਲਾ ਬੰਦਾ, ਕੋਈ ਵਾਸ਼ਰੂਮ ਬਣਾਉਂਦਾ, ਕੋਈ ਬੱਚੇ ਦੀ ਸ਼ਾਦੀ ਕਰਦਾ, ਉਹ ਹੀ ਮੈਸ਼ਤ ਚਲਦੀ। ਅਰਬਾਂ ਰੁਪਏ ਤੁਹਾਡੇ ਪੈਂਡਿੰਗ ਮਿੱਲਾਂ ਵਾਲੇ ਖਲੋਤੇ ਹਨ। ਨਾ ਅਸੀਂ ਬੱਚਿਆਂ ਦੀ ਸ਼ਾਦੀ ਕਰਦੇ ਪਏ ਹਾਂ, ਨਾ ਅਸੀਂ ਕੋਈ ਨਵਾਂ ਕਮਰਾ ਬਣਾਉਂਦੇ। ਮੈਂ ਤੁਹਾਨੂੰ ਹਕੀਕਤ ਬਿਆਨ ਕਰਾਂ,
ਪਿਛਲੇ 2 ਸਾਲਾਂ 'ਚ ਕੋਈ ਅੱਛੇ ਕੱਪੜੇ ਨਹੀਂ ਲਏ। ਹੂੰ ਐਵੇਂ ਗੁਜ਼ਾਰਾ ਸ਼ੁਜ਼ਾਰਾ ਕਰਦੇ ਪਿਆ ਕਿਉਂਕਿ ਸੋਰਸ ਆਫ ਇਨਕਮ ਸ਼ਲਿੰਗ ਹੋ ਗਏ। ਬਿਲਕੁਲ ਜੀ ਬਿਲਕੁਲ। ਬਾਕੀ ਇਹ ਤੂਰ ਸਾਹਿਬ ਆਖਰੀ ਗੱਲ ਹੈ ਮੁਕਾਈਏ, ਹਕੂਮਤ ਅੱਗੇ ਤੁਹਾਡੀ ਕੀ ਅਪੀਲ ਹੈ ਕਿ ਜਿਹੜਾ ਤੇ ਤੁਸੀਂ ਗੱਲ ਕਰ ਰਹੇ ਹੋ ਵੀ ਸਾਨੂੰ ਰੇਟ ਵੀ ਨਹੀਂ ਦੇ ਰਹੇ, ਦੂਜੀ ਗੱਲ ਇਹ ਸਾਨੂੰ ਪੇਮੈਂਟਾਂ ਵੀ ਨਹੀਂ ਦੇ ਰਹੇ ਜਿਹੜੇ ਮਤਲਬ ਮਿੱਲਾਂ ਵਾਲੇ ਨੇ, ਤੇ ਅੱਗੋਂ ਤੁਹਾਡਾ ਕੀ ਕੋਈ ਹਕੂਮਤ ਅੱਗੇ ਕੀ ਅਪੀਲ ਹੈ? ਮੇਰੀ ਜੀ ਹਕੂਮਤ ਅੱਗੇ ਛੋਟੀ ਜੀ ਰਿਕੁਐਸਟ ਹੈ ਕਿ ਖੁਦਾਰਾ ਇਹ ਐਕਸ਼ਨ ਜਿਹੜਾ ਤੁਸੀਂ ਲੈਂਦੇ ਹੋ ਇਹਦੇ ਸੱਜੇ ਖੱਬੇ ਫਾਰਮਰ ਤੇ ਡਾਇਰੈਕਟ ਉਹ ਐਕਸ਼ਨ, ਇਹ ਮਿਲ ਮਾਫੀਆ, ਅੱਜ ਆਪਾਂ ਗੰਨੇ ਤੇ ਗੱਲ ਕਰਦੇ ਪਏ ਤਾਂ ਉਸੇ ਮੌਜੂ ਤੇ ਰਹਿੰਦੇ ਆ। ਇਹ ਜਿਹੜੇ ਸ਼ੂਗਰ ਕੇਨ ਦੇ ਮਾਲਕਾਨ ਹਨ ਅਲਹਮਦੁਲਿਲਾ ਸਾਰੇ ਇਸ ਟਾਈਮ ਹਕੂਮਤ ਤਕਰੀਬਨ ਮੌਜੂਦ ਹੈ। ਤੇ ਖੁਦਾਰਾ ਕਿਸਾਨ ਨਾਲ ਇਤਨਾ ਜ਼ੁਲਮ ਨਾ ਕੀਤਾ ਜਾਵੇ ਕਿ ਉਹਦੇ ਇੱਕ ਸਾਲ ਨਹੀਂ 2 ਸਾਲ ਦੇ ਜਿਹੜੇ ਪੇਮੈਂਟਾਂ ਪੈਂਡਿੰਗ ਖਲੋਤੀਆਂ, ਰੇਟ ਤਾਂ ਜੋ ਸਾਡੇ ਨਸੀਬਾਂ 'ਚ ਸਾਨੂੰ ਲੱਭਣਾ ਹੈ, ਉਹ ਜਿਹੜੀਆਂ ਸਾਡੀਆਂ ਪੇਮੈਂਟਾਂ ਪੈਂਡਿੰਗ ਪਈਆਂ ਹਨ ਖੁਦਾਰਾ ਉਹਨਾਂ ਦਾ ਚੀਨੀ ਮੁਨਾਫੇ ਨਾਲ ਵੇਚ, ਹੱਤਾ ਕਿ ਵਾਲਾ ਸਾਹਿਬ ਹੋਇਆ ਇਸ ਤਰ੍ਹਾਂ ਹੈ ਕਿ ਲੋਕਾਂ ਨੂੰ ਪੈਸਿਆਂ ਦੇ ਐਵਜ਼ ਚੀਨੀ ਦਿੱਤੀ ਗਈ ਮਹਿੰਗੀ, ਮਾਰਕੀਟ ਨਾਲੋਂ 8-8 ਰੁਪਏ ਪਰ ਕਿਲੋ ਮਹਿੰਗੀ ਚੀਨੀ ਸਾਨੂੰ ਮਿਲਾਂ ਨੇ ਡਿਊ ਬਣਾ ਕੇ ਦਿੱਤੇ। ਜਦੋਂ ਚੀਨੀ ਬਾਜ਼ਾਰ 'ਚ ਤੇਜ਼ ਹੋਈ ਉਹ ਡਿਊ ਸਾਥੋਂ ਧੋਖਾਬਾਜ਼ੀ ਨਾਲ ਵਾਪਸ ਲੈ ਵੀ ਡਿਊ ਵਾਪਸ ਕਰੋ ਤੇ ਤੁਹਾਨੂੰ ਅਸੀਂ ਦਿੰਦੇ ਆ ਪੇਮੈਂਟ। ਉਹ ਡਿਊ ਵੀ ਉਹਨਾਂ ਦੇ ਹੱਥੋਂ ਨਿਕਲ ਗਿਆ, ਨਾ ਅੱਜ ਜ਼ਿਮੀਂਦਾਰ ਦੇ ਹੱਥੀ ਡਿਊ ਹੈ ਨਾ ਜ਼ਿਮੀਂਦਾਰ ਦੇ ਹੱਥੀ CPR ਹੈ, ਕੋਈ ਸਬੂਤ ਨਹੀਂ ਗੇ। ਅੱਛਾ, ਨਾ ਪੇਮੈਂਟ ਲੱਭੀ। ਖੁਦਾਰਾ ਸਾਡੀਆਂ ਜਿਹੜੀਆਂ ਪੈਂਡਿੰਗ ਪੇਮੈਂਟਾਂ ਹਨ ਉਹ ਦਿਲਵਾਈਆਂ ਜਾਵਣ। ਇਹ ਜਿਹੜਾ 20 ਨਵੰਬਰ ਤੇ ਤੁਸੀਂ ਸੀਜ਼ਨ ਲੈ ਜਾਂਦੇ ਪਿਓ, ਇਹਦੇ ਨਾਲ ਮੈਂ ਇੱਕ ਗੱਲ ਗਵਰਨਮੈਂਟ ਨੂੰ ਜ਼ਰੂਰ ਦੱਸ ਦੇਸਾਂ ਕਿ ਜਿਹੜੀ ਤੁਸੀਂ ਗੰਦਮ ਨੂੰ ਫੋਕਸ ਕੀਤੀ ਬੈਠੇ ਹੋ, ਗੰਦਮ ਅੱਗੇ ਹੀ ਮੈਂ 1 ਮਹੀਨੇ ਤੋਂ ਪਹਿਲੇ ਦੱਸਦਾ ਪਿਆ ਵੀ ਰਾਇਆ ਦੀ ਫਸਲ ਬਹੁਤ ਜ਼ਿਆਦਾ ਲੱਗਦੀ ਪਈ ਏ ਤੇ ਗੰਦਮ ਅਗਰ ਕੋਈ ਗੰਨੇ ਤੇ ਲੱਗਣੀ ਵੀ ਹੈ ਤੇ ਉਹ ਵੀ ਨਹੀਂ ਲੱਗਣੀ। ਇਤਨੀ ਕੀ ਰਿਕੁਐਸਟ ਹੈ ਕਿ ਖੁਦਾਰਾ ਅਸੀਂ ਇਹਦੇ 'ਚੋਂ ਕੋਈ ਨਹੀਂ, ਇਹ ਕੋਈ ਮਤਲਬ ਅਫੀਮ ਪਾਊਡਰ ਦਾ ਕਾਰੋਬਾਰ ਹੈ ਵੀ ਸਾਨੂੰ ਅਰਬਾਂ ਖਰਬਾਂ ਬਚ ਦੇਣ, ਸਾਨੂੰ ਇਤਨੇ ਇੱਕ ਪੈਸੇ ਬਚਣੇ ਚਾਹੀਦੇ ਨੇ ਜਿਹਦੇ ਨਾਲ ਸਾਡੀ ਦਾਲ ਰੋਟੀ, ਬੱਚਿਆਂ ਦੀਆਂ ਫੀਸਾਂ, ਮੈਡੀਕਲ। ਹਕੀਕਤ ਬਾਤ ਅਗਰ ਵਾਲਾ ਸਾਹਿਬ ਦੱਸਾਂ ਨਾ ਤਾਂ ਜਦੋਂ ਫਾਰਮਰ 60 ਸਾਲ ਦਾ ਹੋ ਕੇ ਰਿਟਾਇਰ ਹੁੰਦਾ ਹੈ ਨਾ, ਇਹ ਹਕੀਕਤ ਬਾਤ ਹੈ, ਉਹਦੇ ਕੋਲ ਇਤਨੇ ਪੈਸੇ ਨਹੀਂ ਹੁੰਦੇ ਕਿ ਇੱਕ ਪੈਨਾ ਡਾਲ ਦਾ ਉਹ ਪੱਤਾ ਲੈ ਲਵੇ। ਬਿਲਕੁਲ ਪਾਕਿਸਤਾਨ ਵਿੱਚ ਫਾਰਮਰ ਦਾ ਇਹ ਹਾਲ ਹੈ, ਜਦਕਿ ਸਾਡੀਆਂ ਗੌਰਮੈਂਟਾਂ ਨੂੰ ਮਾਫੀਆ ਦਾ ਲਕਬ ਦਿੰਦੀਆਂ। ਅਸੀਂ ਕਤਨ ਨਹੀਂ ਚਾਹੁੰਦੇ ਕਿ ਕੋਈ ਚੀਜ਼ਾਂ ਮਹਿੰਗੀਆਂ ਹੋਣ, ਲੇਕਿਨ ਸਾਡੀਆਂ ਜਿਹੜੀਆਂ ਚੀਜ਼ਾਂ ਹਨ, ਫਰਟੀਲਾਈਜ਼ਰ ਹੈ, ਦਵਾਈਆਂ ਹਨ, ਬਿਜਲੀ ਦੇ ਬਿੱਲ ਹਨ, ਉਹਨਾਂ ਨੂੰ ਤਾਂ ਵੇਖਣ ਨਾ, ਉਹਨਾਂ ਨੂੰ ਵੇਖਣ। ਬਾਕੀ ਇਹ ਤੂਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਆਪਣੇ ਅਦਾਰੇ ਖਿਆਲ ਦਿੱਤੇ ਨੇ। ਬਾਕੀ ਜੀ ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰ ਦੇਣੀ ਹੈ। ਗੰਦਮ ਦੇ ਹਵਾਲੇ ਨਾਲ ਦੁਬਾਰਾ ਇੱਕ ਵੀਡੀਓ ਬਣਾਵਾਂਗੇ, ਸਪੈਸ਼ਲੀ ਗੰਨੇ ਤੇ ਬਣਾਈ ਗਈ ਹੈ ਤੇ ਕਾਫੀ ਪੁਰਾਣੇ ਤਜਰਬਾਕਾਰ ਫਾਰਮਰ ਨੇ, ਗੰਨੇ ਦਾ ਕਾਫੀ ਜ਼ਿਆਦਾ ਕਰਦੇ ਨੇ ਤੇ ਗੰਨੇ ਬਾਰੇ ਕਾਫੀ ਬਖੂਬੀ ਜਾਣਦੇ ਨੇ ਤੇ ਅੱਗੋਂ ਉਹਨਾਂ ਨੂੰ ਮੁਸਤਕਬਲ ਕੋਈ ਨਜ਼ਰ ਨਹੀਂ ਆ ਰਿਹਾ ਗੰਨੇ ਦਾ, ਜੋ ਖਬਰਾਂ ਸੁਣਨ 'ਚ ਆ ਰਹੀਆਂ ਕਿ ਬਾਹਰੋਂ ਚੀਨੀ ਇੰਪੋਰਟ ਕਰ ਰਹੇ ਨੇ। ਤੇ ਅੱਲਾਹ ਪਾਕ ਜੀ ਜ਼ਿਮੀਂਦਾਰ ਦੇ ਹੱਕ 'ਚ ਬਿਹਤਰੀ ਕਰੇ।